गुड मॉर्निंग स्टूडेंट्स। ਤੁਹਾਡਾ ਨੈਕਸਟ ਟੌਪਿਕ ਹੈ ਇੰਡਸਟਰੀਅਲ ਜਿਹੜੇ ਡਿਵੈਲਪਮੈਂਟ ਵਾਲਾ ਚੈਪਟਰ ਹੈ ਨਾ ਤੁਹਾਡਾ, ਉਹਦਾ ਹੀ ਟੌਪਿਕ ਹੈ ਅਗਲਾ ਇੰਡਸਟਰੀਅਲ ਪਾਲਿਸੀ ਆਫ ਪੰਜਾਬ। ਠੀਕ ਹੈ, ਟੋਟਲ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਹੈ ਉਹ 7 ਹੈ। ਠੀਕ ਹੈ, ਹੁਣ ਮੈਂ ਸਟੈਪ ਬਾय ਸਟੈਪ ਉਹਨੂੰ ਅਰੇਂਜ ਕੀਤਾ ਹੋਇਆ ਹੈ ਈਅਰਸ ਦੀ ਫਾਰਮ 'ਚ, ਤੁਸੀਂ ਇਦਾਂ ਹੀ ਇਹਨੂੰ ਯਾਦ ਕਰ ਲਿਓ। ਠੀਕ ਹੈ, ਫਰਸਟ ਹੈ 1978 'ਚ ਆਈ ਸੀ ਇੰਡਸਟਰੀਅਲ ਪਾਲਿਸੀ, ਸੈਕਿੰਡ ਸੀ 1982, ਥਰਡ ਹੈ 1989, फोर्थ है 1992, फिफ्थ है 1996, दैन है 2003 एंड लास्ट वाली है 2009। जी 2009 वाली पॉलिसी है वो लेटेस्ट इंडस्ट्रीयल पॉलिसी है पंजाब की। ठीक है, तुहानूं इह क्वेश्चन आ सकता है पेपर च कि लेटेस्ट इंडस्ट्रीयल पॉलिसी पंजाब की किहड़ी है, किहड़े ईयर च आई सी 2009 ते सब तो पहला जिहड़ी पॉलिसी आई सी वो सीगी 1978। ठीक है, मैं इहनूं अरेंज कर दिता, तुसीं इदां ही इहनूं याद करना है। स्टूडेंट्स नैक्सट देखो इंडस्ट्रीयल पॉलिसी है फर्स्ट तुहाडी 1996 वाली। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਗਵਰਨਮੈਂਟ ਨੇ, ਇਹ ਪਾਲਿਸੀ ਵਿੱਚ ਜਿਹੜੀ 1996 ਸੀ ਉਹਨਾਂ ਨੇ ਕਿਹਾ ਸੀ ਕਿ ਇੰਡਸਟਰੀਅਲ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਪ੍ਰਮੋਟ ਕਰਨਾ। ਠੀਕ ਹੈ, ਇਹ ਪਾਲਿਸੀਜ਼ ਦੇ ਵਿੱਚ ਹੋਰ ਕੀ ਸੀ, ਇਨਸੈਂਟਿਵਸ ਦੇ ਨੇ। ਇਨਸੈਂਟਿਵਸ ਦਾ ਮਤਲਬ ਕੀ ਹੈ ਕਿ ਇਹ ਜਿਹੜੀ ਇੰਡਸਟਰੀਜ਼ ਹੈ ਉਹਨੂੰ ਮੋਟੀਵੇਟ ਕਰਨਾ ਤਾਂ ਕਿ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਹੈ ਉਹ ਇਨਕਰੀਜ਼ ਹੋ ਸਕੇ। ਹੁਣ ਇਹਨਾਂ ਦੇ ਵਿੱਚ ਕਿਹੜੀ ਇੰਡਸਟਰੀ ਸੀਗੀਆਂ, ਐਗਰੋ ਬੇਸਡ ਇੰਡਸਟਰੀਜ਼। ਐਗਰੋ ਬੇਸਡ ਮਤਲਬ ਐਗਰੀਕਲਚਰ ਨਾਲ ਰਿਲੇਟਿਡ, ਟੂਰਿਜ਼ਮ ਇੰਡਸਟਰੀ ਮਤਲਬ ਟਰਾਂਸਪੋਰਟੇਸ਼ਨ ਨਾਲ ਰਿਲੇਟਿਡ। ਠੀਕ ਹੈ, ਐਕਸਪੋਰਟ ਓਰੀਐਂਟਿਡ ਇੰਡਸਟਰੀਜ਼ ਕਿਹੜੀਆਂ, ਜਿਹੜਾ ਸਮਾਨ ਹੈ, ਜਿਹੜਾ ਵੀ ਟ੍ਰੇਡਿੰਗ ਦਾ ਸਮਾਨ ਹੁੰਦਾ ਉਹ ਐਕਸਪੋਰਟ ਹੁੰਦਾ, ਭੇਜਿਆ ਜਾਂਦਾ ਬਾਹਰ। ਠੀਕ ਹੈ, ਉਹ ਇੰਡਸਟਰੀ ਸੀਗੀਆਂ। ਇਲੈਕਟ੍ਰੋਨਿਕ ਇੰਡਸਟਰੀ ਸੀ ਤੇ ਇਨਫੋਰਮੇਸ਼ਨ ਟੈਕਨੋਲੋਜੀ ਇੰਡਸਟਰੀ ਸੀ, ਮਤਲਬ ਆਈਟੀ ਇੰਡਸਟਰੀ ਜਿਹਨੂੰ ਕੰਪਿਊਟਰ ਜਿਹੜੇ ਆਈਟੀ ਟੈਕਨੋਲੋਜੀ ਦੇ ਰਿਲੇਟਿਡ ਜਿਹੜੀਆਂ ਇੰਡਸਟਰੀਜ਼ ਹੁੰਦੀਆਂ। ਠੀਕ ਹੈ, ਇਹ ਜਿਹੜੀਆਂ ਇੰਡਸਟਰੀ ਸੀਗਾ, ਇਹ ਵਾਲੀਆਂ ਇੰਡਸਟਰੀਜ਼ ਗਵਰਨਮੈਂਟ ਵੱਲੋਂ ਇਹਨਾਂ ਨੂੰ ਇਨਸੈਂਟਿਵਸ ਦਿੱਤਾ ਗਿਆ ਸੀ, ਮਤਲਬ ਮੋਟੀਵੇਟ ਕੀਤਾ ਗਿਆ ਸੀ। ਕੁਝ ਟੈਕਸ ਦੇ ਰਿਲੇਟਿਡ ਕੰਸੈਸ਼ਨਸ ਦਿੱਤੇ ਗਏ ਸੀ। ਠੀਕ ਹੈ, ਕਿਹੜੀ ਈਅਰ ਦੇ ਵਿੱਚ ਦਿੱਤੇ ਗਏ ਸੀ, 1996 ਜਿਹੜੀ ਫਸਟ ਪਾਲਿਸੀ ਹੈ ਇਹਦੇ ਵਿੱਚ ਗਵਰਨਮੈਂਟ ਵੱਲੋਂ ਇਨਸੈਂਟਿਵਸ ਦਿੱਤੇ ਗਏ ਸੀ। ਇਹ ਇੰਡਸਟਰੀਜ਼ ਨੂੰ ਸਬਸਿਡੀਜ਼ ਪ੍ਰੋਵਾਈਡ ਕੀਤੀਆਂ ਗਈਆਂ ਸੀ। ਠੀਕ ਹੈ, ਤੇ ਟੈਕਸ ਦੇ ਵਿੱਚ ਕੰਸੈਸ਼ਨਸ ਕੀਤਾ ਗਿਆ ਸੀ ਡਿਫਰੈਂਟ ਪ੍ਰੋਪੋਰਸ਼ਨ ਦੇ ਵਿੱਚ, ਡਿਫਰੈਂਟ ਇੰਡਸਟਰੀਜ਼ ਦੇ ਰਿਲੇਟਿਡ ਤੇ ਡਿਫਰੈਂਟ ਜਿਹੜੇ ਰੀਜਨਸ ਹੈ। ਠੀਕ ਹੈ, ਉਹਦੇ ਰਿਲੇਟਿਡ ਗਵਰਨਮੈਂਟ ਵੱਲੋਂ ਟੈਕਸ ਦੇ ਵਿੱਚ ਕੰਸੈਸ਼ਨਸ ਕੀਤੇ ਗਏ ਸੀ ਇਹਨਾਂ ਨੂੰ। ਠੀਕ ਹੈ, ਇਹ ਕੁਝ ਐਡਵਾਂਟੇਜਸ ਹੈ ਕਿ ਇਹ ਪਾਲਿਸੀ ਦੇ ਵਿੱਚ ਗਵਰਨਮੈਂਟ ਵੱਲੋਂ ਕੀ ਮਤਲਬ ਰੂਲਸ ਰੈਗੂਲੇਸ਼ਨਸ ਬਣਾਈਆਂ ਗਈਆਂ ਸੀ। ਪਹਿਲੀ ਕੀ ਸੀ, ਪ੍ਰਮੋਸ਼ਨ ਕੀਤਾ ਜਾਏ ਇੰਡਸਟਰੀਅਲ ਡਿਵੈਲਪਮੈਂਟ ਦਾ, ਤੇ ਇਹ ਪਾਲਿਸੀ ਦੇ ਵਿੱਚ ਇਨਸੈਂਟਿਵਸ ਦਿੱਤੇ ਜਾਣ, ਇੰਡਸਟਰੀਜ਼ ਨੂੰ ਸਬਸਿਡੀਜ਼ ਪ੍ਰੋਵਾਈਡ ਕੀਤੀਆਂ ਜਾਣ ਤੇ ਟੈਕਸ ਦੇ ਵਿੱਚ ਕੰਸੈਸ਼ਨਸ ਦਿੱਤਾ ਜਾਵੇ। ਠੀਕ ਹੈ, ਨੈਕਸਟ ਸੀਗਾ ਗਵਰਨਮੈਂਟ ਵੱਲੋਂ ਇਹਦੇ ਵਿੱਚ ਜਿਹੜੀ ਸੇਲ ਟੈਕਸ ਹੈ ਉਹਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਜਾਵੇ, ਮਤਲਬ ਡਿਸਕਾਊਂਟ ਦਿੱਤਾ ਜਾਵੇ, ਛੂਟ ਦਿੱਤੀ ਜਾਵੇ। ਕਿਹੜੀਆਂ ਇਹਦੇ ਵਿੱਚ ਐਲੀਗੇਬਲ ਇੰਡਸਟਰੀਜ਼ ਆਉਂਦੀਆਂ ਨਾ, ਕਿ ਜਿਹੜੀ ਗਵਰਨਮੈਂਟ ਮੰਨਦੀ ਹੈ ਕਿ ਇਹ ਐਲੀਗੇਬਲ ਹੈਗੀਆਂ, ਮਤਲਬ ਕੰਮ ਦੇ ਵਿੱਚ ਅੱਗੇ ਹੈਗੀਆਂ ਇੰਡਸਟਰੀਜ਼, ਉਹਨਾਂ ਨੂੰ ਕਿੰਨੇ ਪਰਸੈਂਟ ਫੋਰ 10 ਈਅਰਸ ਲਈ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਸੀ ਸੇਲ ਟੈਕਸ ਦੇ ਵਿੱਚ। ਠੀਕ ਹੈ, ਮਤਲਬ ਘੱਟ ਕਰ ਦਿੱਤਾ ਗਿਆ ਸੀ ਜਾਂ ਡਿਸਕਾਊਂਟ ਘੱਟ ਦੇਣਾ ਸੀ ਮਤਲਬ ਉਹਨਾਂ ਨੂੰ। ਠੀਕ ਹੈ, ਉਹਨੂੰ ਕਹਿੰਦੇ ਐਲੀਗੇਬਲ ਇੰਡਸਟਰੀਜ਼ ਦੇ ਵਿੱਚ ਗਵਰਨਮੈਂਟ ਵੱਲੋਂ ਉਹਨਾਂ ਨੂੰ 10 ਸਾਲ ਦੇ ਲਈ ਐਗਜ਼ੈਂਪਸ਼ਨ ਦੇ ਦਿੱਤੀ ਗਈ ਸੀ ਸੇਲ ਟੈਕਸ ਦੇ ਵਿੱਚ। ਠੀਕ ਹੈ, ਜੋ ਵੀ ਤੁਸੀਂ ਟੈਕਸ ਜਿਹੜਾ ਤੁਹਾਨੂੰ ਲੱਗੇਗਾ ਸੇਲ ਦੇ ਅਕੋਰਡਿੰਗ ਉਹ ਤੁਹਾਨੂੰ 10 ਸਾਲ ਦੇ ਲਈ ਤੁਹਾਡਾ ਐਗਜ਼ੈਂਪਸ਼ਨ ਕੀਤੀ ਜਾਏਗੀ, ਉਹਦੇ ਵਿੱਚ ਮਤਲਬ ਘੱਟ ਦੇ ਦਿੱਤਾ ਜਾਏਗਾ। ਤੇ ਅਗਲਾ ਸੀਗਾ ਗਵਰਨਮੈਂਟ ਵੱਲੋਂ ਇਹਦੇ ਵਿੱਚ ਕਿ ਇੱਕ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਨੂੰ ਇਹਦੇ ਵਿੱਚ ਐਡ ਕੀਤਾ ਜਾਏਗਾ। ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਾ ਮਤਲਬ ਕੀ ਹੁੰਦਾ ਹੈ ਕਿ ਗਵਰਨਮੈਂਟ ਵੱਲੋਂ ਨਾ ਇੱਕ ਇੱਦਾਂ ਦੀ ਵਿੰਡੋ ਬਣਾਈ ਜਾਂਦੀ ਹੈ, ਜਿੱਦਾਂ ਇੱਕ ਸਿੰਗਲ ਵਿੰਡੋ ਹੋਏਗੀ ਜਿਹਦੇ ਵਿੱਚ ਸਾਰੇ ਜਿਹੜੇ ਅਥਾਰਟੀਜ਼ ਵਾਲੇ ਕੰਮ ਹੋਣਗੇ ਉਹ ਇੱਕੋ ਵਿੰਡੋ ਦੇ ਵਿੱਚ ਕੀਤੇ ਜਾਣਗੇ। ਮਤਲਬ ਜਿੱਦਾਂ ਤੁਸੀਂ ਬੈਂਕ ਦੇ ਵਿੱਚ ਜਾਂਦੇ ਹੋ ਤੇ ਉੱਥੇ ਦੇਖਦੇ ਹੋ ਨਾ, ਇੱਕ ਵਿੰਡੋ ਹੁੰਦੀ ਹੈ ਜਿਹਦੇ 'ਚ ਅਸੀਂ ਅਮਾਊਂਟ ਆਪਣੀ ਜਿਹੜਾ ਅਮਾਊਂਟ ਹੁੰਦੀ ਹੈ ਉਹਨੂੰ ਅਸੀਂ ਐਡ ਕਰਵਾਉਂਦੇ ਹਾਂ, ਮਤਲਬ ਕ੍ਰੈਡਿਟ ਵਾਲੀ ਹੁੰਦੀ ਹੈ। ਇੱਕ ਜਿਹੜੀ ਅਮਾਊਂਟ ਹੁੰਦੀ ਹੈ ਜਿਹੜੀ ਤੁਸੀਂ ਨਿਕਲਵਾਉਣ ਆਉਂਦੇ ਹੋ, ਵਿਦਡਰਾ ਕਰਨ ਆਉਂਦੇ ਹੋ ਮਨੀ, ਹੈ ਨਾ। ਇਹਦੇ ਵਿੱਚ ਗਵਰਨਮੈਂਟ ਵੱਲੋਂ ਇੱਕੋ ਵਿੰਡੋ ਬਣਾਈ ਜਾਏਗੀ। ਠੀਕ ਹੈ, ਉਹਦੇ ਵਿੱਚ ਹੀ ਜਿਹੜਾ ਲੀਗਲ ਜਿਹੜੇ ਇੰਡਸਟਰੀਜ਼ ਦੇ ਰਿਲੇਟਿਡ ਕੰਮ ਹੋਣਗੇ ਨਾ ਉਹ ਇੱਕੋ ਵਿੰਡੋ ਦੇ ਵਿੱਚ ਹੀ ਕੀਤੇ ਜਾਣਗੇ, ਅਲੱਗ-ਅਲੱਗ ਵਿੰਡੋਜ਼ ਨਹੀਂ ਬਣਾਈਆਂ ਜਾਣਗੀਆਂ। ਠੀਕ ਹੈ, ਤਾਂ ਕਿ ਜਿਹੜੇ ਇਨਵੈਸਟਰਸ ਹੈ ਜਾਂ ਫਿਰ ਜਿਹੜੀ ਇੰਡਸਟਰੀਜ਼ ਦੇ ਜਿਹੜੇ ਪਰਸਨਸ ਹੈ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਠੀਕ ਹੈ, ਇਹਨੂੰ ਕਹਿੰਦੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ। ਇਹ ਗਵਰਨਮੈਂਟ ਵੱਲੋਂ ਕਿਹੜੇ ਈਅਰ 'ਚ ਬਣਾਇਆ ਗਿਆ ਸੀ, ਪਹਿਲੀ ਜਿਹੜੀ ਪਾਲਿਸੀ ਸੀ 1996 ਵਾਲੀ ਉਹਦੇ 'ਚ ਬਣਾਇਆ ਗਿਆ ਸੀ। ਠੀਕ ਹੈ,
ਨੈਕਸਟ ਤੁਹਾਡਾ ਹੈਗਾ ਇੰਡਸਟਰੀਅਲ ਪਾਲਿਸੀ 2003। ਇਹਦੇ ਵਿੱਚ ਕਿਹਨੂੰ ਪ੍ਰਮੋਟ ਕਰਨਾ? ਇੰਡਸਟਰੀਜ਼ ਨੂੰ ਸਟੇਟ ਦੇ ਵਿੱਚ। ਸਟੇਟ ਕਿਹੜੀ ਹੈ ਸਾਡੀ? ਪੰਜਾਬ। ਪੰਜਾਬ ਇਕਨੋਮੀ ਪੜ੍ਹ ਰਹੇ ਹਾਂ। ਪੰਜਾਬ ਦੀ ਜਿਹੜੀ ਸਟੇਟ ਹੈ ਉਹਦੇ ਵਿੱਚ ਇੰਡਸਟਰੀਜ਼ ਨੂੰ ਪ੍ਰਮੋਟ ਕਰਨਾ। ਪਿੱਛੇ ਦੇਖਿਆ ਸੀ ਅਸੀਂ ਪ੍ਰਮੋਸ਼ਨ ਕਿਹਦਾ ਕਰਨਾ ਸੀ? ਇੰਡਸਟਰੀਅਲ ਡਿਵੈਲਪਮੈਂਟ ਦਾ। ਠੀਕ ਹੈ ਨਾ। ਇਹਦੇ ਵਿੱਚ ਪ੍ਰਮੋਸ਼ਨ ਕਿਹਦਾ ਕਰਨਾ? ਇੰਡਸਟਰੀਜ਼ ਦਾ, ਤੇ ਇੰਡਸਟਰੀਜ਼ ਦੀ ਗਰੋਥ ਕਰਨੀ ਸਟੇਟ ਦੇ ਵਿੱਚ। ਠੀਕ ਹੈ। ਤੇ ਇਹ ਕੁਝ ਆਬਜੈਕਟਿਵਸ ਹੈ ਇੰਡਸਟਰੀਅਲ ਪਾਲਿਸੀ 2003 ਦੇ। ਇਹ ਕੀ ਪਾਲਿਸੀ, ਉਹਨਾਂ ਦੇ ਆਬਜੈਕਟਿਵਸ ਕੀ ਸੀ? ਜਿਹੜੀ ਪਾਲਿਸੀ ਸੀ, ਪਹਿਲਾ ਸੀਗਾ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ। ਠੀਕ ਹੈ। ਜਿੰਨੀਆਂ ਜ਼ਿਆਦਾ ਇੰਡਸਟਰੀਜ਼ ਹੋਣਗੀਆਂ ਉਨਾ ਜ਼ਿਆਦਾ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਹੋਏਗਾ। ਠੀਕ ਹੈ। ਅਗਲਾ ਹੈ ਟੂ ਰਿਡਿਊਸ ਰੂਲਸ ਐਂਡ ਰੈਗੂਲੇਸ਼ਨਸ। ਜਿਹੜੇ ਵੀ ਗਵਰਨਮੈਂਟ ਵੱਲੋਂ ਰੂਲਸ ਬਣਾਏ ਜਾਂਦੇ ਆ, ਪਾਲਿਸੀਜ਼ ਬਣਾਈਆਂ ਜਾਂਦੀਆਂ, ਠੀਕ ਹੈ, ਉਹਨੂੰ ਘੱਟ ਕਰਨਾ। ਰਿਡਿਊਸ ਦਾ ਮਤਲਬ ਕੀ ਹੁੰਦਾ? ਘੱਟ ਕਰਨਾ। ਟੂ ਪ੍ਰਮੋਟ ਜਨਰਲ ਫੈਸਿਲਿਟੇਸ਼ਨ। ਜੋ ਵੀ ਫੈਸਿਲਿਟੀ ਹੈ ਉਹਨੂੰ ਪ੍ਰਮੋਟ ਕਰਨਾ। ਇੰਡਸਟਰੀਜ਼ ਦੇ ਰਿਲੇਟਡ ਜੋ ਵੀ ਫੈਸਿਲਿਟੀਜ਼ ਉਹਨਾਂ ਨੂੰ ਮਿਲਣੀਆਂ ਉਹਨਾਂ ਨੂੰ ਪ੍ਰਮੋਟ ਕਰਨਾ। ਠੀਕ ਹੈ। ਅੱਗੇ ਵੇ ਸਪੈਸ਼ਲ ਐਫਰਟਸ ਟੂ ਬੀ ਮੇਡ ਫॉर ਸਮਾਲ ਸਕੇਲ ਇੰਡਸਟਰੀਜ਼। SSI ਦਾ ਮਤਲਬ ਕੀ ਹੈ? ਸਮਾਲ ਸਕੇਲ ਇੰਡਸਟਰੀਜ਼। ਜਿਹੜੇ ਵੀ ਸਪੈਸ਼ਲ ਐਫਰਟਸ ਹੈ, ਜਿਹੜੇ ਵੀ ਐਡਵਾਂਟੇजेस ਹੈ ਉਹਨਾਂ ਨੂੰ ਦਿੱਤੇ ਜਾਣ। ਕੁਝ ਜਿਹੜੇ ਐਡਵਾਂਟੇजेस ਉਹ ਇੰਡਸਟਰੀਜ਼ ਦੇ ਰਿਲੇਟਡ ਜਿਹੜੀ ਵੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਪ੍ਰੋਬਲਮਸ ਉਹਨਾਂ ਦੀਆਂ ਦੂਰ ਕਰਨਾ ਤੇ ਉਹਨਾਂ ਤੇ ਸਪੈਸ਼ਲ ਐਫਰਟਸ ਪ੍ਰੋਵਾਈਡ ਕਰਨੇ ਤਾਂ ਕਿ ਜਿਹੜੀ ਸਮਾਲ ਸਕੇਲ ਇੰਡਸਟਰੀਜ਼ ਹੈ ਉਹ ਅੱਗੇ ਜਾ ਸਕਣ। ਠੀਕ ਹੈ। ਨੈਕਸਟ ਹੈ ਟੂ ਕ੍ਰੀਏਟ ਅ ਫੇਵਰੇਬਲ ਇਨਵੈਸਟਮੈਂਟ ਕਲਾਈਮੇਟ। ਕੁਝ ਇਦਾਂ ਦਾ ਕਲਾਈਮੇਟ ਇਨਵਾਇਰਮੈਂਟ ਬਣਾਉਣਾ ਜਿਹਦੇ ਵਿੱਚ ਜਿਹੜੀ ਇਨਵੈਸਟਮੈਂਟ ਹੋਵੇ ਉਹ ਫੇਵਰੇਬਲ ਹੋਵੇ, ਮਤਲਬ ਪੋਜ਼ਿਟਿਵ ਵੇ ਨਾ ਹੋਵੇ, ਨੈਗੇਟਿਵ ਵੇ ਨਾਲ ਇਨਵੈਸਟਮੈਂਟ ਨਾ ਕੀਤੀ ਜਾਵੇ। ਠੀਕ ਹੈ। ਇਹ ਸੈਕਿੰਡ ਪਾਲਿਸੀ ਸੀ ਇੰਡਸਟਰੀਅਲ ਪਾਲਿਸੀ 2003। ਇਹਦੇ ਕੁਝ ਆਬਜੈਕਟਿਵ ਸੀ। ਨੈਕਸਟ ਤੁਹਾਡੇ ਕੁਝ ਮੇਨ ਪੁਆਇੰਟਸ ਹੈ ਜਿਹੜੀ ਪਾਲਿਸੀ ਕੀ ਕਹਿੰਦੀ ਹੈ। ਦੇਖੋ ਜਿਹੜੀ ਪਿਛਲੀ ਪਾਲਿਸੀ ਸੀ ਅਸੀਂ ਕੀਤੀ 1996 ਵਾਲੀ, ਇਹਦੇ ਜਿਹੜੀ 1996 ਕੀਤੀ ਸੀ ਕੁਝ ਜਿਹੜੀ ਚੀਜ਼ਾਂ ਇਹਦੇ ਚ ਰਹਿ ਗਈਆਂ ਸੀ ਨਾ ਉਹ ਉਹਨਾਂ ਨੇ 2003 ਚ ਉਹਨੇ ਵਿੱਚ ਚੇਂਜ ਲਿਆਂਦਾ ਸੀ। ਠੀਕ ਹੈ। ਮਤਲਬ 1996 ਵਿੱਚ ਜਿਹੜੇ ਮਤਲਬ ਮੰਨ ਲਓ ਕੁਝ ਗਵਰਨਮੈਂਟ ਵੱਲੋਂ ਪਾਲਿਸੀਜ਼ ਦੇ ਵਿੱਚ ਕੁਝ ਚੀਜ਼ਾਂ ਰਹਿ ਗਈਆਂ ਸੀ ਜਿਹੜੀਆਂ 6 ਦੇ ਵਿੱਚ ਪੂਰੀਆਂ ਨਹੀਂ ਹੋ ਪਾਈਆਂ ਤੇ ਉਹਨਾਂ ਨੇ 3 ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਸੀ। ਮਤਲਬ 3 ਦੇ ਵਿੱਚ ਉਹਨਾਂ ਨੇ ਉਹਨੂੰ ਐਡ ਕੀਤਾ ਸੀ। ਠੀਕ ਹੈ। ਹੁਣ ਮੇਨ ਪੁਆਇੰਟਸ ਕੀ ਸੀ ਇਹਦੇ? ਮਈਅਰਸ ਫॉर ਅਟਰੈਕਟਿੰਗ ਨਿਊ ਇਨਵੈਸਟਮੈਂਟ। ਕੁਝ ਇਦਾਂ ਦੇ ਤਰੀਕੇ ਅਪਣਾਏ ਜਾਣ ਜਿਹਦੇ ਵਿੱਚ ਨਿਊ ਜਿਹੜੀ ਇਨਵੈਸਟਮੈਂਟ ਹੈ ਉਹਨੂੰ ਅਟਰੈਕਟ ਕੀਤਾ ਜਾਵੇ। ਠੀਕ ਹੈ। ਅਗਲਾ ਹੈ ਡਿਵੈਲਪਮੈਂਟ ਆਫ ਇੰਡਸਟਰੀਅਲ ਇਨਫਰਾਸਟ੍ਰਕਚਰ। ਜਿਹੜਾ ਇੰਡਸਟਰੀਜ਼ ਦਾ ਇਨਫਰਾਸਟ੍ਰਕਚਰ ਹੈ ਉਹਨੂੰ ਡਿਵੈਲਪ ਕੀਤਾ ਜਾਵੇ। ਠੀਕ ਹੈ। ਇਹ ਮੇਨ ਪੁਆਇੰਟਸ ਹੈ। ਵਨ ਟਾਈਮ ਸੈਟਲਮੈਂਟ ਸਕੀਮ। ਇੱਕ ਟਾਈਮ ਦੇ ਵਿੱਚ ਹੀ ਸੈਟਲਮੈਂਟ ਸਕੀਮ ਬਣਾਈ ਜਾਵੇ। ਠੀਕ ਹੈ। ਨੈਕਸਟ ਹੈ ਰਿਵਾਈਵਲ ਆਫ 6 ਸਮਾਲ ਸਕੇਲ ਇੰਡਸਟਰੀਜ਼। ਕਹਿੰਦੇ ਜਿਹੜੀਆਂ ਸਮਾਲ ਸਕੇਲ ਯੂਨਿਟਸ ਹੈ ਜਿਹੜੇ ਉਹਨਾਂ ਨੂੰ ਰਿਵਾਈਵ ਕੀਤਾ ਜਾਵੇ। ਸਿੱਕ ਦਾ ਮਤਲਬ ਕੀ ਹੈ? ਜਿਹੜੇ ਚੰਗੀ ਤਰ੍ਹਾਂ ਨਹੀਂ ਚੱਲ ਪਾ ਰਹੀਆਂ ਸਮਾਲ ਸਕੇਲ ਇੰਡਸਟਰੀਜ਼ ਉਹਨਾਂ ਨੂੰ ਦੁਬਾਰਾ ਚਲਾਇਆ ਜਾਵੇ, ਰਿਵਾਈਵ ਕੀਤਾ ਜਾਵੇ। ਠੀਕ ਹੈ। ਇਹ ਕੁਝ ਮੇਨ ਪੁਆਇੰਟ ਸੀਗੇ। ਇਸ ਤੋਂ ਬਾਅਦ ਦੇਖੋ ਕੁਝ ਇੰਡਸਟਰੀਜ਼ ਆਉਂਦੀਆਂ ਇਹਦੇ ਵਿੱਚ। ਇੰਡਸਟਰੀਜ਼ ਟੂ ਬੀ ਪ੍ਰਮੋਟਡ ਅੰਡਰ ਇੰਡਸਟਰੀਅਲ ਪਾਲਿਸੀ 2003। ਮਤਲਬ 2003 ਦੀ ਪਾਲਿਸੀ ਦੇ ਵਿੱਚ ਕਿਹੜੀ ਇੰਡਸਟਰੀਜ਼ ਨੂੰ ਪ੍ਰਮੋਟ ਕੀਤਾ ਜਾਏਗਾ। ਜਿੱਦਾਂ ਅਸੀਂ ਪਿੱਛੇ ਜਿਹੜੀ ਤੁਹਾਡੀ ਇੰਡਸਟਰੀ ਸੀਗੀ 1996 ਵਾਲੀ, ਇਹਦੇ 'ਚ ਇਹ ਗਵਰਨਮੈਂਟ ਵੱਲੋਂ ਇਨਸੈਂਟਿਵਸ ਦਿੱਤੇ ਗਏ ਸੀ ਨਾ ਇੰਡਸਟਰੀਜ਼ ਨੂੰ। ਹੁਣ ਜਿਹੜੀ 1996 ਤੋਂ ਬਾਅਦ ਜਿਹੜੀ ਹੁਣ ਕਰਦੇ ਪਏ ਅਸੀਂ 2003 ਵਾਲੀ, ਇਹਦੇ 'ਚ ਗਵਰਨਮੈਂਟ ਵੱਲੋਂ ਇਹ ਇੰਡਸਟਰੀਜ਼ ਨੂੰ ਪ੍ਰਮੋਟ ਕੀਤਾ ਜਾਏਗਾ। ਠੀਕ ਹੈ। ਦੇਖੋ ਨਾਮ ਲਿਖੇ, ਟੈਕਸਟਾਈਲ ਹੈ, ਹੋਜ਼ਰੀ ਹੈ, ਨਾਈਟ ਵੇਅਰ ਹੈ, ਮਤਲਬ ਸਾਰੀ ਕਲੋਥਿੰਗ ਦੇ ਰਿਲੇਟਡ ਇੰਡਸਟਰੀ ਹੈ ਵਾਲੀ। ਅਗਲੀ ਮਸ਼ੀਨ ਟੂਲਸ ਦੇ ਰਿਲੇਟਡ ਹੈ। ਅਗਲੀ IT ਐਂਡ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਉਹ ਸਾਰਾ ਵੇ IT ਮਤਲਬ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੈ ਸਾਰੀ ਇਲੈਕਟ੍ਰੋਨਿਕਸ ਦੇ ਅੰਦਰ ਹੀ ਆਉਂਦੀ ਹੈ, ਜਿੱਦਾਂ ਕੰਪਿਊਟਰਸ ਹੋ ਗਏ, ਮੋਬਾਈਲ ਫੋਨ ਹੋ ਗਏ ਸਾਡੇ। ਠੀਕ ਹੈ। ਅਗਲਾ ਵੇ ਸ਼ੂਗਰ ਮਿਲਸ ਦੀ ਜਿਹੜੀ ਇੰਡਸਟਰੀਜ਼ ਹੈ। ਨੈਕਸਟ ਹੈ ਐਗਰੋ ਐਂਡ ਫੂਡ ਪ੍ਰੋਸੈਸਿੰਗ ਦੀਆਂ ਇੰਡਸਟਰੀਜ਼ ਹੈ। ਸਪੋਰਟਸ ਗੁੱਡਸ, ਆਟੋਮੋਬਾਈਲ, ਸਾਈਕਲ, ਡੀਜ਼ਲ ਇੰਜਨ, ਵੁਡਨ ਫਰਨੀਚਰ ਇੰਡਸਟਰੀ, ਰਬਰ ਗੁੱਡਸ, हैंड टूल्स, लैदर एंड लैदर गुड इंडस्ट्रीज। ठीक है। थर्ड देखो स्टूडेंट इंडस्ट्रीयल पॉलिसी 2009 ਦੀ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਲੌਂਗ ਕੁਐਸਚਨ ਆਏਗਾ ਇੰਡਸਟਰੀਅਲ ਪਾਲਿਸੀ 2009 ਦੇ ਵਿੱਚ। ਇਹ ਜਿਹੜੀ ਇੰਡਸਟਰੀਅਲ ਪਾਲਿਸੀ 2009 ਸੀ ਇਹਨੂੰ ਕਿੰਨੇ ਡਿਵੈਲਪ ਕੀਤਾ ਸੀ? ਐਨੈਕਟਡ ਬਾਈ ਪੰਜਾਬ ਗਵਰਨਮੈਂਟ ਔਨ ਦਾ ਬੇਸਿਸ ਆਫ ਰეკਮੈਂਡੇਸ਼ਨਸ ਗਿਵਨ ਬਾਈ ਪੰਜਾਬ ਇੰਡਸਟਰੀਅਲ ਰਿਵਿਊ ਰਿਪੋਰਟ। ਪੰਜਾਬ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ, ਡਿਵੈਲਪ ਕੀਤੀ ਗਈ ਸੀ। ਸਿਫਾਰਿਸ਼ਾਂ ਕਿਹਨਾਂ ਨੇ ਦਿੱਤੀਆਂ ਸੀ? ਰਿਕਮੈਂਡੇਸ਼ਨਸ ਕਿਹਨਾਂ ਨੇ ਦਿੱਤੀਆਂ ਸੀ? ਪੰਜਾਬ ਇੰਡਸਟਰੀਅਲ ਰਿਵਿਊ ਰਿਪੋਰਟ ਵੱਲੋਂ। ਠੀਕ ਹੈ। ਸਿਫਾਰਿਸ਼ਾਂ ਆਈਆਂ ਸੀ, ਉਹਦੇ ਆਧਾਰ ਤੇ ਇੰਡਸਟਰੀਅਲ ਪਾਲਿਸੀ ਜਿਹੜੀ 2009 ਦੀ ਸੀ ਉਹਨੂੰ ਡਿਵੈਲਪ ਕੀਤਾ ਗਿਆ ਸੀ। ਤੇ ਇਹ ਜਿਹੜੀ ਪਾਲਿਸੀ ਸੀ, ਠੀਕ ਹੈ, ਉਹਨੂੰ ਪ੍ਰੈਜ਼ੈਂਟ ਕਿਹਨੇ ਕਰਨਾ ਸੀ? ਕੰਸਲਟੈਂਟ ਕਮੇਟੀ ਦੇ ਹੈੱਡ ਸੀਗੇ ਜਿਹੜੇ
ठीक है। एक कमेटी बनाई गई सी, उन्हां दे जिहड़े हैड सी डॉक्टर ईशा चंद जज आलूवालिया, उन्हां वालों पंजाब इंडस्ट्रीयल रिव्यू रिपोर्ट नूं प्रेजेंट करना सी। ठीक है। फिर देखो लिखिया दिस कमेटी वॉज कॉन्स्टिट्यूटेड बाय UNIDO। हुण इहदे च की कहंदे आ कि यह जिहड़ी कमेटी सी इहदी ऑर्गेनाइजेशन कित्थों हुई, राज जिहड़ी स्टेट गवर्नमेंट सी उन्हां वालों। ठीक है। जिदा देखो UNIDO दी फुल फॉर्म है यूनाइटेड नेशन इंडस्ट्रीयल डेवलपमेंट ऑर्गेनाइजेशन। दिस कमेटी वॉज कॉन्स्टिट्यूटेड बाय, जिहड़ी कमेटी सी ਉਹਦੀ ऑर्गेनाइजेशन ਉਹਦਾ गठन कित्थों होया सी, UNIDO ਵੱਲੋਂ। ठीक है। इस तो बाद कमेटी के कुछ फीचर सीगे थ्रस्ट एरिया ऑफ इंडस्ट्रीयल पॉलिसी 2009, मतलब किहड़े एरियाज दे विच किहड़े पॉइंट्स दे विच उत्थे फोकस किया जाएगा, यह जिहड़ी पॉलिसी सी ਉਹਦੇ रिलेटेड उन्होंने कुछ नाम लिखे है कि किहदे यह पॉलिसी दे विच किहड़े एरिया ते मेनली फोकस किया जाएगा। ठीक है। सब तो पहला देखो टू प्ले द रोल ऑफ फैसिलिटेटर एंड हैंड होल्डिंग बिटवीन इन्वेस्टर फ्रेंडली। कहते ਇਹਦੇ ਵਿੱਚ ਜਿਹੜੇ ਇਨਵੈਸਟਰਸ ਹੋਣਗੇ ਨਾ ਉਹਨਾਂ ਦੇ ਨਾਲ ਇਦਾਂ ਦਾ ਬਿਹੇਵ ਕੀਤਾ ਜਾਵੇ, ਕਿੱਦਾਂ ਦਾ ਬਿਹੇਵ ਕੀਤਾ ਜਾਵੇ। ਫੈਸਿਲੀਟੇਟਰ ਦਾ ਮਤਲਬ ਕੀ ਹੁੰਦਾ, ਜਿਹੜਾ ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਦਾ। ਠੀਕ ਹੈ। ਉਹਨੂੰ ਕਹਿੰਦੇ ਫੈਸਿਲੀਟੇਟਰ। ਤੇ ਹੈਂਡ ਹੋਲਡਿੰਗ ਦਾ ਮਤਲਬ ਕੀ ਹੁੰਦਾ, ਜਿਹੜਾ ਸਾਡੇ ਨਾਲ ਖੁਸ਼ੀ-ਖੁਸ਼ੀ ਹੱਥ ਮਿਲਾਏ। ਠੀਕ ਹੈ। ਕਹਿੰਦੇ ਇਦਾਂ ਦਾ ਇਹ ਪਾਲਿਸੀ ਦੇ ਵਿੱਚ ਰੋਲ ਕ੍ਰੀਏਟ ਕਰਨਾ ਇਨਵੈਸਟਰਸ ਦੇ ਵਿੱਚ ਕਿ ਉਹਨਾਂ ਦੇ ਵਿੱਚ ਮਤਲਬ ਇਦਾਂ ਦਾ ਇਨਵਾਇਰਨਮੈਂਟ ਕ੍ਰੀਏਟ ਕਰਨਾ, ਆਪਣੇ ਫਰੈਂਡਸ਼ਿਪ ਕਰਨੀ ਉਹਨਾਂ ਦੇ ਨਾਲ कि वो एक साडे फैसिलिटेटर बन जाते, एक हैंड होल्डिंग मतलब जी। ठीक है। हैंड होल्डिंग मतलब उन्होंने फ्रेंडली एटीट्यूड क्रिएट करना, यह सीगा मतलब फर्स्ट जोड़ा पॉइंट सी ना। सैकेंड सीगा तुहाडा कि टू रिवाइव द सिक इंडस्ट्रीज, जो असी पिछले जी पॉलिसी से भी किया सी कि जी स्मॉल स्केल इंडस्ट्रीज रिवाइव जड़ियाँ बंद पईयां इंडस्ट्रीज। सिक का मतलब की है, जड़ियाँ इंडस्ट्रीज बीमार है, जड़ियाँ नहीं चल पा रही, उन्होंने दोबारा तो रिवाइव करना। ठीक है। अगला वे एम्फेसाइज ऑन फ्रैश इंप्लॉयमेंट जनरेशन, कि जोर देना जिहड़ी न्यू फ्रैश इंप्लॉयड परसनस है उन्होंने जनरेट करना इंडस्ट्रीज दे विच। ठीक है। इंप्लॉयमेंट अपॉर्चुनिटीज़ को क्रिएट करना। अगला वे टू अट्रैक्ट इन्वेस्टमेंट इन द पब्लिक, टू अट्रैक्ट इन्वेस्टमेंट इन द प्राइवेट सैक्टर एंड अंडर द PPP मोड। PPP मोड मतलब पब्लिक प्राइवेट पार्टनरशिप। ਇਹਦਾ ਕੀ मतलब है कि ਜਿਹੜੀ ਇਨਵੈਸਟਮੈਂਟ ਕਰਨੀ ਉਹ ਇੱਕ ਪ੍ਰਾਈਵੇਟ ਸੈਕਟਰ ਤੇ ਕਰਨੀ, ਉਹਨੂੰ ਅਟਰੈਕਟ ਕਰਨਾ ਇਨਵੈਸਟਮੈਂਟ ਨੂੰ ਇਹ ਪਾਲਿਸੀ ਦੇ ਵਿੱਚ। ਤੇ ਇੱਕ ਸੀਗਾ ਪਬਲਿਕ ਪ੍ਰਾਈਵੇਟ ਜਿਹੜੀ ਪਾਰਟਨਰਸ਼ਿਪ ਹੈ ਨਾ, ਉਹਨੂੰ ਵੀ ਇਹਦੇ ਵਿੱਚ ਲੈ ਕੇ ਆਣਾ, ਮਤਲਬ ਉਹਨੂੰ ਵੀ ਅਟਰੈਕਟ ਕਰਨਾ ਇਨਵੈਸਟਮੈਂਟ ਦੇ ਵਿੱਚ। ਹੁਣ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਮਤਲਬ ਕੀ ਹੁੰਦਾ, ਹੁਣ ਦੇਖੋ ਇਹ ਚ ਪਬਲਿਕ ਵੀ ਆ ਗਈ ਹੈ, ਪ੍ਰਾਈਵੇਟ ਵੀ ਆ ਗਈ ਹੈ, मतलब ਕੋਆਪਰੇਟਿਵ ਅਰੇਂਜਮੈਂਟ ਹੋ ਗਈ ਨਾ। ਕੋਆਪਰੇਟਿਵ ਅਰੇਂਜਮੈਂਟ ਕਿਹਦੇ ਵਿੱਚ ਹੋਣੀ, ਦੋ ਜਾਂ ਦੋ ਲੋਕੀ ਜਿਹੜੇ ਹੋਣਗੇ ਨਾ ਸੈਕਟਰਸ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੀ ਅਰੇਂਜਮੈਂਟ ਹੋਏਗੀ। ਦੋ ਜਾਂ ਦੋ ਤੋਂ ਜ਼ਿਆਦਾ ਕਿਹੜੇ ਹੋਣਗੇ, ਜਾਂ ਤੇ ਪਬਲਿਕ ਵਾਲੇ ਹੋਣਗੇ ਜਾਂ ਤੇ ਪ੍ਰਾਈਵੇਟ ਵਾਲੇ ਹੋਣਗੇ। ਠੀਕ ਹੈ। ਉਹਨਾਂ 'ਚ ਪਾਰਟਨਰਸ਼ਿਪ ਬਣਾਣੀ ਤਾਂ ਕਿ ਇਨਵੈਸਟਮੈਂਟ ਨੂੰ ਕ੍ਰੀਏਟ ਕੀਤਾ ਜਾਵੇ, ਜਿਹਦੇ ਨਾਲ ਜਿਹੜੀ ਸਟੇਟ ਦੀ ਡਿਵੈਲਪਮੈਂਟ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਵੇ। ਠੀਕ ਹੈ। ਇਸ ਤੋਂ ਬਾਅਦ ਕੁਝ ਤੁਹਾਡੇ ਫੀਚਰ ਸੀਗੇ। नैक्सट तुहाडे फीचर्स है सैलीएंट फीचर्स ऑफ इंडस्ट्रीयल पॉलिसी 2009। ठीक है। ये फीचर्स इन्ने हैं, इन्होंने अगों उन्होंने एक्सप्लेन किया होया। फर्स्ट फीचर्स है मईयर्स फॉर अट्रैक्टिंग न्यू इन्वेस्टमेंट, कुछ इदा के तरीके अपनाए जान जिहदे नाल न्यू इन्वेस्टमेंट नूं अट्रैक्ट किया जाए। सैकेंड है डिवेलपमेंट ऑफ इंफ्रास्ट्रक्चर नूं डिवेलप किया जाए। थर्ड है प्रोविजनस फॉर IT एंड नॉलेज इंडस्ट्री, IT मतलब इंफॉर्मेशन टैक्नोलॉजी। ठीक है। उन्होंने डिवेलप किया जाए, नॉलेज इंडस्ट्रीज नूं डिवेलप किया जाए। अगला प्रोविजनस फॉर एग्रो बेस्ड इंडस्ट्रीज, एग्रीकल्चर के रिलेटिड जिहड़ियां इंडस्ट्रीज है उहदे रिलेटिड फीचर्स बनाए उन्होंने। अगला वे पावर सैक्टर रिफॉर्म्स। ठीक है। पावर सप्लाई के रिलेटिड वैट रिफॉर्म्स, वैट का मतलब की है वैल्यू एडिड टैक्स। ठीक है। अगला वे इन्वायरमेंटल रिफॉर्म्स, इन्वायरमेंटल के रिलेटिड किहड़े फीचर्स ऐड किए जान इंडस्ट्रीज के रिलेटिड, ਉਹ ਉਹਨਾਂ ਨੇ ਸੈਲੀਐਂਟ ਫੀਚਰਸ ਆਫ ਇੰਡਸਟਰੀਅਲ ਪॉलिसी 2009 ਦੇ ਲਿਖੇ ਆ। ਹੁਣ ਦੇਖੋ ਇਹਦੇ ਅਸੀਂ ਬਰੀਫਲੀ ਕਰਾਂਗੇ ਇਹ ਫੀਚਰਸ ਨੂੰ। ਫਸਟ ਜਿੱਦਾਂ ਮੈਂ ਤੁਹਾਨੂੰ ਨਾਮ ਤੇ ਦਿਖਾਇਆ ਸੀ ਮਈਅਰਸ ਫॉर ਅਟਰੈਕਟਿੰਗ ਨਿਊ ਇਨਵੈਸਟਮੈਂਟ, ਹਨਾ। ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਚੇਂਜ ਇਨ ਲੈਂਡ ਯੂਜ਼ ਪ੍ਰੋਸੈਸ ਵਿਲ ਬੀ ਸਿੰਪਲੀਫਾਈਡ। ਕਹਿੰਦੇ ਜਿਹੜੀ ਵੀ ਤੁਸੀਂ ਲੈਂਡ ਯੂਜ਼ ਕਰਦੇ ਹੋ ਉਹਦੇ 'ਚ ਜਿਹੜਾ ਵੀ ਚੇਂਜ ਤੁਸੀਂ ਲੈ ਕੇ ਆਉਣਾ
ਉਹਦਾ ਜਿਹੜਾ ਪ੍ਰੋਸੈਸ ਹੋਏਗਾ ਉਹ ਸਿੰਪਲੀਫਾਈਡ ਹੋਏਗਾ, ਮਤਲਬ ਜ਼ਿਆਦਾ ਔਖੇ ਤਰੀਕੇ ਦਾ ਪ੍ਰੋਸੈਸ ਨਹੀਂ ਹੋਏਗਾ, ਜ਼ਿਆਦਾ ਰੂਲਸ ਰੈਗੂਲੇਸ਼ਨਸ ਨਹੀਂ ਹੋਣਗੀਆਂ ਜਿਹਦੇ ਨਾਲ ਤੁਸੀਂ ਆਪਣੇ ਲੈਂਡ ਜਿਹੜੀ ਯੂਜ਼ ਕਰਦੇ ਹੋ ਉਹਦੇ 'ਚ ਚੇਂਜ ਹੀ ਨਾ ਲਿਆ ਪਾਓ। ਠੀਕ ਹੈ। ਅਗਲਾ ਸੀ ਸਪੈਸ਼ਲ ਪੈਕੇਜ ਆਫ ਕੰਸੈਸ਼ਨਸ ਵਿਲ ਬੀ ਕ੍ਰੀਏਟਡ ਫॉर ਮੇਗਾ ਪ੍ਰੋਜੈਕਟ ਐਂਡ ਸੁਪਰ ਮੇਗਾ ਪ੍ਰੋਜੈਕਟਸ। ਮੇਗਾ ਪ੍ਰੋਜੈਕਟ ਕੀ ਹੁੰਦੇ ਜਿਹੜੇ ਲੌਂਗ ਟਾਈਮ ਲਈ ਹੁੰਦੇ ਆ। ਠੀਕ ਹੈ। ਮੇਗਾ ਪ੍ਰੋਜੈਕਟ ਤੇ ਜਿਹੜੇ ਸੁਪਰ ਮੇਗਾ ਪ੍ਰੋਜੈਕਟਸ ਹੈ ਉਹਨਾਂ ਦੇ ਵਿੱਚ ਕੁਝ ਕੰਸੈਸ਼ਨਸ ਕ੍ਰੀਏਟ ਕੀਤੇ ਜਾਣ। ਠੀਕ ਹੈ। ਕੁਝ ਸਪੈਸ਼ਲ ਪੈਕੇਜ ਉਹਨਾਂ ਨੂੰ ਦਿੱਤਾ ਜਾਵੇ। ਇਹ ਫੀਚਰ ਸੀਗੇ ਇੰਡਸਟਰੀਅਲ ਪਾਲਿਸੀ 2009 ਦੇ। ਹੁਣ ਜਿਹੜੀਆਂ ਤੁਸੀਂ ਪ੍ਰੀਵੀਅਸ ਪਾਲਿਸੀਜ਼ ਕੀਤੀਆਂ ਉਹ ਦੋਨਾਂ ਤੋਂ ਅਲੱਗ ਹੈ ਵਾਲੀ ਪਾਲਿਸੀ। ਠੀਕ ਹੈ। ਉਹਦੇ 'ਚ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਰਹਿ ਗਈਆਂ ਸੀ, ਜਿਹੜੇ ਇਨਸੈਂਟਿਵਸ ਉਹਨਾਂ ਕੋਲ ਰਹਿ ਗਏ ਸੀ, ਉਹ ਇਹਨਾਂ ਨੇ 2009 ਦੀ ਪਾਲਿਸੀ ਵਿੱਚ ਪੂਰੇ ਕੀਤੇ ਆ। ਠੀਕ ਹੈ। ਨੈਕਸਟ ਹੈ ਸਟੈਂਪ ਡਿਊਟੀ ਐਗਜ਼ੈਂਪਸ਼ਨ ਵਿਲ ਬੀ ਪ੍ਰੋਵਾਈਡਡ ਟੂ ਮੇਗਾ ਪ੍ਰੋਜੈਕਟ ਐਂਡ ਸੁਪਰ ਮੇਗਾ ਪ੍ਰੋਜੈਕਟ। ਕਹਿੰਦੇ ਤੁਸੀਂ ਜਿਹੜੇ ਵੀ ਮੇਗਾ ਪ੍ਰੋਜੈਕਟ ਤੇ ਸੁਪਰ ਮੇਗਾ ਪ੍ਰੋਜੈਕਟਸ ਲਗਾਣੇ ਆ, ਠੀਕ ਹੈ, ਉਹਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਜਾਵੇ, ਡਿਸਕਾਊਂਟ ਦਿੱਤਾ ਜਾਵੇ ਸਟੈਂਪ ਡਿਊਟੀ ਦੇ ਰਿਲੇਟਡ। ਠੀਕ ਹੈ। ਅਗਲਾ ਹੈ development of integrated multiplex complexes will be promoted with minimum investment limit। ਕਹਿੰਦੇ ਜਿਹੜੀ ਵੀ ਤੁਸੀਂ ਮਲਟੀਪਲ ਇਨਵੈਸਟਮੈਂਟ ਕਰਨੀ ਹੈ, ਜਿਹਦਾ ਉਹਨਾਂ ਡਿਸਟ੍ਰਿਕਟ ਦੇ ਨਾਮ ਲਿਖਿਆ ਜਲੰਧਰ, ਅੰਮ੍ਰਿਤਸਰ, ਮੋਹਾਲੀ, ਲੁਧਿਆਣਾ, ਮਿਨੀਮਮ ਇਨਵੈਸਟਮੈਂਟ ਤੁਹਾਡੀ 20 ਕਰੋੜ ਹੋਣੀ ਚਾਹੀਦੀ ਹੈ ਇਹਨਾਂ 'ਚ। ਠੀਕ ਹੈ। ਉਹਨੂੰ ਪ੍ਰਮੋਟ ਕਰਨਾ ਇਨ ਆਲ ਅਦਰ ਟਾਊਨਸ, ਮਤਲਬ ਇਸ ਤੋਂ ਇਲਾਵਾ ਜਿਹੜੇ ਹੋਰ ਟਾਊਨਸ ਹੈ ਉਹਨਾਂ 'ਚ ਮਿਨੀਮਮ ਇਨਵੈਸਟਮੈਂਟ ਕਿੰਨੀ ਹੋਣੀ ਚਾਹੀਦੀ ਹੈ? 10 ਕਰੋੜ। ਠੀਕ ਹੈ। ਅਗਲਾ ਵੇ ਸਪੈਸ਼ਲ ਇਨਸੈਂਟਿਵਸ ਵਿਲ ਬੀ ਗਿਵਨ ਟੂ ਪ੍ਰਮੋਟ ਹੋਟਲ ਪ੍ਰੋਜੈਕਟਸ। ਹੋਟਲ ਪ੍ਰੋਜੈਕਟਸ ਦੇ ਜਿਹੜੇ ਵੀ ਇਨਸੈਂਟਿਵਸ ਹੈ ਉਹਨੂੰ ਪ੍ਰਮੋਟ ਕਰਨਾ। ਹੈਲਥ ਟੂਰਿਜ਼ਮ ਨੂੰ ਪ੍ਰਮੋਟ ਕਰਨਾ। ਹੁਣ ਤੁਹਾਨੂੰ ਪੇਪਰ 'ਚ ਆ ਜਾਏਗਾ ਕਿ ਹੋਟਲ ਪ੍ਰੋਜੈਕਟ ਦੇ ਰਿਲੇਟਡ ਤੇ ਹੈਲਥ ਟੂਰਿਜ਼ਮ ਦੇ ਰਿਲੇਟਡ ਕਿਹੜੀ ਪਾਲਿਸੀ ਨੇ ਇਨਸੈਂਟਿਵਸ ਅਪਣਾਏ ਸੀ। ਠੀਕ ਹੈ। ਹੁਣ ਤੁਸੀਂ ਉੱਥੇ ਲਿਖ ਆਪਸ਼ਨ ਤੇ ਪਾ ਸਕਦੇ ਹੋ ਕਲਿੱਕ ਕਿ ਇੰਡਸਟਰੀਅਲ ਪਾਲਿਸੀ ਜਿਹੜੀ 2009 ਹੈ ਉਹਨਾਂ ਨੇ ਸਪੈਸ਼ਲ ਕੁਝ ਇਨਸੈਂਟਿਵਸ ਦਿੱਤੇ ਸੀਗੇ ਇਹ ਪਾਲਿਸੀ ਦੇ ਰਿਲੇਟਡ। ਠੀਕ ਹੈ। ਅਗਲਾ ਹੈ ਇਨਸੈਂਟਿਵਸ ਗਿਵਨ ਟੂ ਟੈਕਸਟਾਈਲ ਇੰਡਸਟਰੀ ਅੰਡਰ ਦਾ ਟੈਕਸਟਾਈਲ ਪਾਲਿਸੀ ਵਿਲ ਕੰਟੀਨਿਊ। ਟੈਕਸਟਾਈਲ ਦਾ ਮਤਲਬ ਕੀ ਹੈ? ਜਿਹੜੀ ਕੱਪੜਿਆਂ ਦੇ ਰਿਲੇਟਡ ਜਿਹੜੀ ਇੰਡਸਟਰੀਜ਼ ਹੈ ਉਹਨਾਂ ਦੇ ਵਿੱਚ ਜਿਹੜੇ ਇਨਸੈਂਟਿਵਸ ਦਿੱਤੇ ਜਾਣਗੇ। A dedicated fund of rupees 150 crore was created for upgradation of industrial infrastructure। ਇੰਡਸਟਰੀਅਲ ਇੰਫਰਾਸਟ੍ਰਕਚਰ ਨੂੰ ਇਨਕਰੀਜ਼ ਕਰਨ ਲਈ, ਅਪਗ੍ਰੇਡੇਸ਼ਨ ਕਰਨ ਲਈ ਕਿੰਨੀ ਇਨਵੈਸਟਮੈਂਟ ਦਿੱਤੀ ਜਾਵੇ? ਕਿੰਨਾ ਮਤਲਬ ਡੈਡੀਕੇਟਿਡ ਫੰਡ ਦਿੱਤਾ ਜਾਏ? 150 ਕਰੋੜ ਦਾ। ਨੈਕਸਟ ਹੈ ਡਿਵੈਲਪਮੈਂਟ ਆਫ ਸੈਕਿੰਡ ਜਿਹੜਾ ਫੀਚਰ ਹੈ ਹੋ ਗਿਆ ਡਿਵੈਲਪਮੈਂਟ ਆਫ ਇੰਫਰਾਸਟ੍ਰਕਚਰ। ਠੀਕ ਹੈ। ਹਰ ਫੀਚਰ ਨੂੰ ਉਹਨਾਂ ਨੇ ਡਿਫਾਈਨ ਕੀਤਾ ਹੋਇਆ 755 ਪੁਆਇੰਟਸ ਹੈ। ਠੀਕ ਹੈ। ਤੁਸੀਂ ਅਗਰ ਲੌਂਗ ਦੇ ਵਿੱਚ ਆਏਗਾ ਫਿਰ ਤੁਸੀਂ 4 ਜਾਂ 5 ਮੈਕਸਿਮਮ ਕਰ ਲਿਓ। ਠੀਕ ਹੈ।